गुण भी कोई नहीं है, मान भी बड़ा ज़्यादा है, हंकार भी बड़ा ज़्यादा है, गुण भी कोई नहीं है। इस करके ਜਿਹੜੇ गुणवान ਹੁੰਦੇ ਨੇ ਉਹਨਾਂ ਦੇ ਕੋਲ ਜਿਹੜੇ ਰਹਿੰਦੇ ਨੇ ਉਹ ਵੀ ਗੁਣਵਾਨ ਬਣ ਜਾਂਦੇ। ਇਹ ਵੀ ਗੱਲ ਨਾਲ ਹੀ, ਜਿਹੜੇ ਗੁਣਵਾਨਾਂ ਦੇ ਕੋਲ ਰਹਿੰਦੇ ਨੇ ਉਹ ਵੀ ਗੁਣਵਾਨ ਬਣ ਜਾਂਦੇ ਨੇ। ਅੱਜ ਦੇ ਸਮੇਂ ਦੇ ਵਿੱਚ ਸਬਰ ਸੰਤੋਖ ਵਰਗੇ ਗੁਣ, ਦਇਆ ਧਰਮ ਵਰਗੇ ਗੁਣ ਕਿਸੇ ਕਿਸੇ ਦੇ ਵਿੱਚ ਹੁੰਦੇ ਨੇ ਔਰ ਮਿਲਦੇ ਇਹ ਸਤ ਸੰਗਤ ਵਿੱਚੋਂ ਨੇ। ਸਤ ਸੰਗਤ ਮਨੁੱਖ ਕਰਦਾ ਨਹੀਂ ਹੈ, ਗੁਣਵਾਨ ਨਹੀਂ ਹਨ। ਅੱਜ ਦੀ ਦੁਨੀਆ ਦੇ ਵਿੱਚ ਗੁਣਵਾਨ ਵੇਖਣਾ ਹੋਏ ਨਹੀਂ ਮਿਲਦੇ, ਸੰਤੋਖੀ ਨਹੀਂ ਮਿਲਦੇ, ਦਇਆ ਵਾਲੇ ਨਹੀਂ ਮਿਲਦੇ, ਕਾਰਨ ਸਤ ਸੰਗਤ ਨਹੀਂ ਹੈ। ਇੱਕ ਮਿੱਟੀ ਦੀ ਡਲੀ ਉਹ ਅਕਸਰ ਸੁਗੰਧੀ ਦੇ ਵਿੱਚ ਪ੍ਰਫੁੱਲਤ ਸੀ। ਕੋਈ ਉਹ ਮਿੱਟੀ ਦੀ ਡਲੀ ਨੂੰ ਪੁੱਛਦਾ ਹੈ, ਤੇਰੇ ਵਿੱਚ ਇਹ ਸੁਗੰਧੀ ਕਿੱਥੋਂ ਆਈ ਹੈ? ਕਪੂਰੀ ਵਰਗੀ ਤੇਰੇ ਵਿੱਚ ਸੁਗੰਧੀ ਹੈ, ਕਸਤੂਰੀ ਵਰਗੀ ਤੇਰੇ ਵਿੱਚ ਸੁਗੰਧੀ ਹੈ, ਕਿੱਥੋਂ ਆਈ ਹੈ? ਉਹ ਡਲੀ ਕਹਿੰਦੀ ਹੈ, ਮੇਰੇ ਵਿੱਚ ਤੇ ਕਿੱਥੇ ਸੁਗੰਧੀ ਹੋਣੀ ਸੀ, ਮੈਂ ਥੋੜੇ ਕੁ ਦਿਨ ਗੁਲਾਬ ਦੀ ਸੰਗਤ ਕੀਤੀ ਹੈ, ਉਹਦੇ ਫੁੱਲਾਂ ਦੀ ਸੰਗਤ ਕੀਤੀ, ਤਾਂ ਕਰਕੇ ਇਹ ਸੁਗੰਧੀ ਮੇਰੇ ਵਿੱਚ ਹੈ। ਇਵੇਂ ਸਾਧ ਸੰਗਤ ਜਿਹੜੇ ਮਨੁੱਖ ਬਾਣੀ ਇਹ ਕਹਿੰਦੀ ਹੈ ਸਤ ਸੰਗਤ ਕਰਦੇ ਨੇ ਗੁਣਵਾਨ ਬਣ ਜਾਂਦੇ ਨੇ, ਸਬਰ ਵਾਲੇ ਬਣ ਜਾਣਗੇ, ਸੰਤੋਖ ਵਾਲੇ ਬਣ ਜਾਣਗੇ, ਧਰਮੀ ਬਣ ਜਾਣਗੇ। ਇਸ ਤੋਂ ਬਿਨਾਂ ਗੁਣਵਾਨ ਮਨੁੱਖ ਨਹੀਂ ਬਣਦਾ। ਨਾ ਉਹਦੇ ਅੰਦਰੋਂ ਚਿੰਤਾਵਾਂ ਜਾਂਦੀਆਂ ਨੇ, ਨਾ ਡਰ ਜਾਂਦੇ ਨੇ। ਹੁਣ ਜਦੋਂ ਤਾਈਂ ਡਰ ਵੀ ਨਹੀਂ ਗਏ, ਚਿੰਤਾਵਾਂ ਵੀ ਨਾ ਗਈਆਂ, ਫਿਰ ਮਨੁੱਖ ਆਪਣੇ ਤਾਈਂ ਸੀਮਿਤ ਰਹਿੰਦਾ, ਆਪਣੇ ਤਾਈਂ। ਹੁਣ ਮਹਾਰਾਜ ਪਹਿਲਾ ਗੁਣ ਇਹ ਦੱਸਦੇ ਨੇ, ਜਿਹੜੇ ਠਾਕੁਰ ਦੇ ਸੇਵਕ ਹੁੰਦੇ ਨੇ, ਜੋ ਪਰਮੇਸ਼ਰ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਗੁਣ ਕੀ ਨੇ। ਇੱਥੇ 4-5 ਗੁਣਾਂ ਦਾ ਜ਼ਿਕਰ ਮਹਾਰਾਜ ਕਰਦੇ ਨੇ। ਇੱਥੋਂ ਮਨੁੱਖ ਇਹਨਾਂ ਗੁਣਾਂ ਤੋਂ ਆਪਣੇ ਆਪ ਦਾ ਹਿਸਾਬ ਲਗਾ ਸਕਦਾ ਹੈ। ਜੇ ਮੇਰੇ ਅੰਦਰ ਇਹ ਗੁਣ ਹੈਗੇ ਨੇ ਫਿਰ ਮੈਂ ਪਰਮਾਤਮਾ ਦਾ ਪੁਜਾਰੀ ਹਾਂ, ਜੇ ਨਹੀਂ ਹੈਗੇ ਫਿਰ ਹਜੇ ਤੇ ਨਹੀਂ। ਜੇ ਇਹ ਗੁਣ ਅੰਦਰ ਹੈ ਨਹੀਂ ਫਿਰ ਤੇ ਪਰਮਾਤਮਾ ਨਾਲ ਤਾਰ ਜੁੜ ਗਈ ਹੈ। ਜੇ ਇਹ ਨਹੀਂ ਹਨ ਫਿਰ ਲੋੜ ਹੈ ਨਿਰੰਤਰ ਪਰਮਾਤਮਾ ਦੀ ਬੰਦਗੀ ਤੇ ਲੱਗਣ ਦੀ। ਪਹਿਲੀ ਗੱਲ ਮਹਾਰਾਜ ਕਹਿੰਦੇ ਨੇ, ਠਾਕੁਰ ਕਾ ਸੇਵਕ ਆਗਿਆਕਾਰੀ। ਪਹਿਲੀ ਗੱਲ, ਜੇ ਪਰਮਾਤਮਾ ਦਾ ਸੇਵਕ ਹੈ ਉਹ ਆਗਿਆਕਾਰੀ ਹੋਏਗਾ। ਜੋ ਕੁਝ ਪਰਮਾਤਮਾ ਕਰ ਰਿਹਾ ਹੈ ਉਹਨੂੰ ਉਹ ਮੰਨਦਾ ਹੈ। ਇੱਕ ਮਨੁੱਖ ਕਹਿੰਦਾ ਹੈ, ਕਹਿੰਦੇ ਮੈਂ ਬੱਦਲਾਂ ਵੱਲ ਵੇਖਿਆ, ਸੂਰਜ ਵੱਲ ਵੇਖਿਆ, ਆਕਾਸ਼ਾਂ ਵੱਲ ਵੇਖਿਆ, ਇਹਨਾਂ ਵੱਲ ਵੇਖ ਕੇ ਆਪਣੇ ਮਨ ਵਿੱਚ ਹਿਸਾਬ ਲਗਾਇਆ, ਇਹ ਮਨਾ, ਇਹ ਸੂਰਜ ਪਰਮਾਤਮਾ ਦੇ ਹੁਕਮ ਵਿੱਚ ਲੱਗਿਆ ਹੋਇਆ। ਕਿਉਂ? ਸੂਰਜ ਆਪਣਾ ਪ੍ਰਕਾਸ਼ ਆਪ ਨਹੀਂ ਖਾਂਦਾ, ਉਸ ਦਾ ਪ੍ਰਕਾਸ਼ ਧਰਤੀ ਤੇ ਆਉਂਦਾ ਹੈ ਤੇ ਸਾਰਾ ਕੁਝ ਬਣਦਾ ਹੈ। ਕਹਿੰਦੇ ਤੇਰੀ ਸੇਵਾ ਦੇ ਲਈ ਹੈ ਮਨੁੱਖ, ਤੇਰੀ ਸੇਵਾ ਦੇ ਲਈ ਸੂਰਜ ਆਗਿਆਕਾਰੀ ਹੈ। ਤੇਰੀ ਸੇਵਾ ਦੇ ਲਈ ਇਹ ਧਰਤੀ ਆਗਿਆਕਾਰੀ ਹੈ। ਤੇਰੀ ਸੇਵਾ ਦੇ ਲਈ ਇਹ ਪਵਨ ਆਗਿਆਕਾਰੀ ਹੈ, ਪਾਣੀ ਆਗਿਆਕਾਰੀ ਹੈ। ਇਹ ਇਕੱਲਾ ਮਨੁੱਖ ਹੀ ਹੈ ਜਿਹੜਾ ਪਰਮਾਤਮਾ ਦੀ ਆਗਿਆ ਭੰਨ ਦਿੰਦਾ, ਔਰ ਸਾਰੇ ਆਗਿਆਕਾਰੀ ਨੇ। ਕਹਿੰਦੇ ਹੈ ਬੰਦੇ, ਤੇਰੀ ਸੇਵਾ ਦੇ ਲਈ ਜਿਸ ਦਿਨ ਸੂਰਜ ਨੇ ਆਪਣੀ ਆਗਿਆ ਭੰਨ ਦਿੱਤੀ, ਇਹ ਸ੍ਰਿਸ਼ਟੀ ਸਾਰੀ ਨਾਸ ਹੋ ਜਾਣੀ ਹੈ। ਉਸੇ ਦਿਨ ਸੂਰਜ ਪਰਮਾਤਮਾ ਦੀ ਆਗਿਆ ਵਿੱਚ ਹੈ। ਜੋ ਉਹ ਕਰਦਾ ਹੈ, ਜਿਵੇਂ ਉਹ ਕਰਦਾ ਹੈ, ਸੂਰਜ ਉਵੇਂ ਹੀ ਚੱਲ ਰਿਹਾ ਹੈ। ਇੱਕ ਮਨੁੱਖ ਹੈ ਜੋ ਪਰਮਾਤਮਾ ਦੀ ਕੀਤੀ ਦੇ ਉੱਤੇ ਕਟਾਕਸ਼ ਕਰਦਾ ਹੈ। ਉਹ ਕਿਵੇਂ? ਮਨੁੱਖ ਦੀ ਜ਼ਿੰਦਗੀ ਵਿੱਚ ਜੋ ਕੁਝ ਵੀ ਵਾਪਰਦਾ ਹੈ, ਇਹ ਅਕਸਰ ਮਨੁੱਖ ਇਹ ਕਹਿ ਦਿੰਦਾ, ਮੇਰੇ ਨਾਲ ਰੱਬ ਨੇ ਮਾੜਾ ਕੀਤਾ। ਅਸੀਂ ਅਕਸਰ ਵੇਖਿਆ, ਕੋਈ ਜੀਵ ਚਲਾ ਜਾਏ ਦੁਨੀਆ ਤੋਂ, ਲੋਕ ਅਕਸਰ ਕਹਿੰਦੇ ਰੱਬ ਨੇ ਬੜੀ ਮਾੜੀ ਕੀਤੀ ਹੈ। ਰੱਬ ਕਿਸੇ ਨਾਲ ਮਾੜੀ ਨਹੀਂ ਕਰਦਾ, ਉਹਨੂੰ ਕੀ ਲੋੜ ਹੈ ਮਾੜਾ ਕਰਨ ਦੀ।
परमात्मा किसी नाल माड़ी नहीं करता, माड़ी करदा है मनुख अपने आप करदा है ते अपने उत्ते करदा है। कोई रब किसी नाल माड़ी नहीं करता। जो कुछ माड़ा मनुख दे नाल हो रहा है ये वास्ते परमात्मा जिम्मेवार नहीं है, मनुख खुद जिम्मेवार है। पर यह जिम्मेवारी तो भजदा है, ये सोचता है जो कुछ हो रहा है ये परमात्मा मेरे नाल कर रहा, नहीं वो नहीं कर रहा। ये नाल हो रहा है, ये गुणा का ये अवगुणा का यह नतीजा ये सामने आ रहा है। और नतीजे आते ने। एक गल होर मैं आप जी के सामने रखा, कदी एक गल नोट करना, बच्चे पेपर अज देणगे, नतीजे एक साल बाद आउंदे ने। अज पेपर देने नतीजा उन्होंने ही कहने। कई पेपर दिते जाते हैं नौकरियां दे, पेपर अज दिता है, नतीजा 2 साल बाद आएगा। इवें कर्म ते अज किया है, नतीजा हो सकता है साल बाद आए। किसी नूं माड़ा अज बोलिया है, नतीजा साल बाद भी आ सकता, नालों नाल भी आ सकता, तो वक्री गल है। अज किसी नूं माड़ा बोलिया, अज किसी का माड़ा सोचिया, अज किसी नूं हंकार विच आके बहुत ज़्यादा कुटिया, मारे, नतीजा तो वह अवश्य आएगा, पर नतीजे थोड़ी लेट आते होंगे। ये गल याद रखनी, नतीजे आते अवश्य ने, लेट आते हैं थोड़ी। ठीक है, अज परमात्मा का नाम नहीं जपिया, हुण सतसंगत विच भी नहीं आ रहा, मनुख सतसंगत तो भी दूर है, कदे परमात्मा का नाम भी नहीं लैंदा, कदे उसकी बंदगी भी नहीं करता, कदे उसके हथ भी नहीं जोड़ता, और ये सोच रहा है मैं एवें ही चलते रहना। पर याद रखना एक दिन ऐसा आएगा, इन्नियां मुश्किलों में फस जाएगा। क्यों? नतीजा सामने आएगा। किस चीज़ का? परमात्मा की बंदगी ना कर, नतीजा उसके सामने आता है। परमात्मा के भगत की सब तो जिहड़ी वड्डी, वो परमात्मा के भगत का सब तो वड्डा गुण है, वो आग्याकारी हुंदा है। वो उस दे हुक्म में चलदा है। जो वो कर रहे हैं, जो इस दे नाल हो रहा है, इसकी जिम्मेवारी चुकता है। और असल दे विच परमात्मा नूं इक्को ही गल कहंदा है, हे परमात्मा तेरे हुक्म की अधीनगी विच मैं चल रहा, इस तो बाहर मैं कुछ कर भी नहीं सकता हाँ। मनुख के हथ विच इस तो बाहर नहीं है। ठीक है, जो परमात्मा का हुक्म है उसकी आग्या दे विच उस नूं चलना पैंदा है। ठाकुर का सेवक आग्याकारी, एक तो वो हुंदे ने जिहड़े आग्या मनदे ने, दूजे वो ने जिन्हां तो आग्या मनवा लैंदा। मैं कल भी ये बेनती की सी, परमात्मा दे अगे हुक्म नहीं चलता। असीं गुरुद्वारे भी आउने आ, मंदिर जाने, मस्जिद जाने, उत्थे अरदास करते हैं, हुक्म नहीं करते। वो मर्जी ओदी है, अरदास नूं सुने भावें ना सुने, वो मर्जी ओदी है। असीं आए हैं इत्थे अरदास कराई है, ठीक है, अरदास कीती है, मर्जी ओदी है। वो मन्नेगा जां नहीं मन्नेगा, ओदी मर्जी, वो स्वतंत्र है। वो ठाकुर है, सारे उहदे नौकर ने, सारे उहदे दास ने। दास की की औकात हुंदी है, मालक नूं हुक्म करदा है। दास का एक ही गुण हुंदा है कि जिवें मालक रखे उवें रहना। एक दिन एक मनुख ने एक दास नूं फड़ लिया, वो आंदा की खाओगे? कहंदा मैं तेन गुलाम हाँ जी, तुहाडी मर्जी। कहंदा कित्थे रवेंगा? कहंदा तुहाडी मर्जी। की उत्ते लवेंगा? कहंदा तुहाडी मर्जी। कहंदे कमाल हो गई। कहंदे जा, अज मैं तेरे तो बड़ी वड्डी चीज़ सिख ली है कि कहंदे तू ते मेरी गुलामी विच आके ये कहना है मालक की मर्जी हुंदी है, मैं उस मालक की मर्जी विच नहीं रहिंदा जिन्हें मैनू अखां दित्तियां ने, उहदी मर्जी विच नहीं रहिंदा। जिन्हें मैनू पैर दिते ने, जिन्हें हथ दिते ने, जिते लत्तां दित्तियां ने, उहदी मर्जी विच मैं नहीं रह के राजी। उहदी जो मर्जी है उहनूं मैं भंग करना चाहुंदा हाँ। इस करके जिन्ने भी लोग ने दुनिया ते, ये सारे सारे गुलाम ने किहदे? परमात्मा दे। ते गुलामां दी कोई मर्जी नहीं हुंदी। ताई करके बाणी कहंदी खिन मह अवर खिनह मैं अवरा।
परमात्मा की मर्जी है, जो कुछ वो कर रहे हैं ਉਹਦੀ मर्जी में चल रहा है। पर चल तो ਉਹਦੀ मर्जी में रहे है। ਜਿਹੜੇ ਇਹ ਦਰਿਆ ਦਾ ਵਹਿਣ ਜਦੋਂ ਵਗਦਾ ਹੁੰਦਾ ਨਾ, ਕਈ ਲੋਕ ਤੇ ਦਰਿਆ ਦੇ ਵਹਿਣ ਦੇ ਨਾਲ ਵਗਦੇ ਨੇ, ਉਹ ਤੇ ਸੌਖੇ ਰਹਿੰਦੇ ਨੇ। ਜਿਹੜੇ ਪਾਣੀ ਦੇ ਉਲਟ ਦਿਸ਼ਾ ਦੇ ਵਿੱਚ ਤਰਨਾ ਸ਼ੁਰੂ ਕਰ ਦਿੰਦੇ ਨੇ, ਸਾਰੀ ਉਮਰ ਹੀ ਪਰੇਸ਼ਾਨ ਰਹਿੰਦੇ ਨੇ, ਸਾਰੀ ਉਮਰ ਪਰੇਸ਼ਾਨੀ ਵਿੱਚ ਨਿਕਲਦੀ ਹੈ। ਠੀਕ ਹੈ, ਤਰਦਾ ਉਹ ਵੀ ਹੈ ਜਿਹੜਾ ਪਾਣੀ ਦੇ ਨਾਲ ਹੀ ਚੱਲ ਪਿਆ ਹੈ, ਤਰਦਾ ਉਹ ਵੀ ਹੈ ਜਿਹੜਾ ਪਾਣੀ ਦੇ ਉਲਟ ਦਿਸ਼ਾ 'ਚ ਤੈਰ ਰਿਹਾ, ਪਰ ਜਿਹੜਾ ਨਾਲ ਤੈਰ ਰਿਹਾ ਹੈ ਉਹ ਤੇ ਸੌਖਾ ਰਹਿੰਦਾ ਹੈ। ਜਿਹੜਾ ਉਲਟ ਦਿਸ਼ਾ ਵਿੱਚ ਤੈਰਦਾ ਹੈ, ਤਿਰਦਾ ਰਹਿੰਦਾ, ਥੱਕ ਜਾਂਦਾ ਹੈ, ਹਾਰ ਜਾਂਦਾ ਹੈ, ਪਰੇਸ਼ਾਨ ਰਹਿੰਦਾ ਹੈ, ਤਿਰਨਾ ਤਰਿਆ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰਭ ਕੀ ਆਗਿਆ ਆਤਮ ਹੀ ਧਾਵੈ। ਪ੍ਰਭੂ ਜੋ ਕੁਝ ਕਰ ਰਿਹਾ ਉਹਦੀ ਆਗਿਆ ਨੂੰ ਮੰਨ, ਉਸ ਦੇ ਵਹਿਣ ਵਿੱਚ ਵਹਿਣਾ ਸ਼ੁਰੂ ਹੋ। ਠੀਕ ਹੈ, ਕੋਈ ਐਸੀ ਚੀਜ਼ ਹੈ ਤੇਰੇ ਤੋਂ ਸਹਿਨ ਨਹੀਂ ਹੋ ਰਹੀ, ਫਿਰ ਇੱਕ ਚੀਜ਼ ਹੈ ਉਹਦੇ ਅੱਗੇ ਬੇਨਤੀ ਕੀਤੀ ਜਾ ਸਕਦੀ ਹੈ। ਔਰ ਮਨੁੱਖ ਦੀ ਮੰਗ ਹੈ, ਮੰਗ ਨੂੰ ਸੰਪੂਰਨ ਕਰਾਉਣ ਦੇ ਲਈ ਅਰਦਾਸ ਕਰ ਸਕਦਾ ਹੈ। ਪਰ ਯਾਦ ਰੱਖਣਾ, ਮੰਗਾਂ ਕਦੇ ਸੰਪੂਰਨ ਨਹੀਂ ਹੁੰਦੀਆਂ। ਜਵਾਨੀ ਦੀਆਂ ਆਪਣੀਆਂ ਮੰਗਾਂ ਨੇ, ਅਧਖੜ ਉਮਰ ਦੀਆਂ ਆਪਣੀਆਂ ਮੰਗਾਂ ਨੇ, ਬੁਢੇਪੇ ਦੀਆਂ ਆਪਣੀਆਂ ਮੰਗਾਂ ਨੇ, ਔਰ ਬੁਢੇਪੇ ਤੋਂ ਬਾਅਦ ਵੀ ਮੰਗਾਂ ਰਹਿੰਦੀਆਂ ਨੇ। ਮੰਗਾਂ ਦੀ ਸਮਾਪਤੀ ਨਹੀਂ ਹੋ ਸਕਦੀ। ਮੰਗਾਂ ਤੇ ਰੋਜ਼-ਰੋਜ਼ ਵੱਧ ਰਹੀਆਂ ਨੇ। ਪਹਿਲਾਂ ਕੁਝ ਮੰਗਾਂ ਸਨ। ਇੱਕ ਛੋਟਾ ਜਿਹਾ ਬੱਚਾ ਹੁੰਦਾ ਹੈ, ਮਾਂ ਬਾਪ ਤੋਂ ਖਿਡੌਣਾ ਮੰਗਦਾ, ਬਸ ਉਹ ਵੀ 15-20 ਰੁਪਏ ਦਾ, ਭਾਵ ਇਹਦੀ ਮੰਗ 15-20 ਰੁਪਏ ਦੀ ਹੈ। ਥੋੜਾ ਵੱਡਾ ਹੁੰਦਾ ਹੈ, ਮਾਤਾ ਪਿਤਾ ਤੋਂ 1500 ਰੁਪਏ ਦੀ ਮੰਗ ਕਰਦਾ ਹੈ। ਵੱਡਾ ਹੁੰਦਾ ਹੈ 15,000 ਦੀ ਮੰਗ ਕਰਦਾ ਹੈ, ਫਿਰ 15 ਲੱਖ ਦੀ, 15 ਕਰੋੜ ਦੀ, 15 ਅਰਬ ਦੀ ਮੰਗ ਵੱਧਦੀ ਗਈ। ਮੰਗਾਂ ਕਿਤੇ ਸਮਾਪਤ ਹੁੰਦੀਆਂ ਨੇ? ਨਹੀਂ ਹੁੰਦੀਆਂ। ਔਰ ਇਹ ਜਿਹੜੀਆਂ ਮੰਗਾਂ ਨੇ, ਮੰਗਾਂ ਨੇ ਮਨੁੱਖ ਨੂੰ ਪਰੇਸ਼ਾਨ ਕੀਤਾ ਹੋਇਆ। ਸਿਰਫ ਮੰਗਾਂ ਹੀ ਇਸ ਨੂੰ ਪਰੇਸ਼ਾਨ ਕਰਦੀਆਂ ਨੇ। ਜਿਹੜੀਆਂ ਮੰਗਾਂ ਨੇ ਇਹ ਇਹਨੂੰ ਪਰਮਾਤਮਾ ਦਾ ਹੁਕਮ ਨਹੀਂ ਮੰਨਣ ਦਿੰਦੀਆਂ। ਔਰ ਮੈਂ ਦੂਜੀ ਬੇਨਤੀ ਕਰਾਂ, ਇਹਦਾ ਮਤਲਬ ਇਹ ਨਹੀਂ ਹੈ ਮਨੁੱਖ ਮੰਗੇ ਹੀ ਨਾ, ਇਹ ਮਤਲਬ ਨਹੀਂ ਹੈ। ਕਿਉਂਕਿ ਮੰਗਣ ਦਾ ਸਥਾਨ ਵੀ ਤੇ ਪਰਮਾਤਮਾ ਹੀ ਹੈ। ਔਰ ਬਾਣੀ ਇਹ ਕਹਿੰਦੀ ਹੈ, ਇਹ ਗੱਲ ਨਹੀਂ ਹੈ ਪਰਮਾਤਮਾ ਤੇਰੀ ਇੱਛਾ ਪੂਰੀਆਂ ਨਹੀਂ ਕਰੇਗਾ, ਉਹ ਤੇ ਤਿਆਰ ਬੈਠਾ ਹੈ, ਉਹਦਾ ਤੇ ਕੰਮ ਹੀ ਇਹ ਹੈ। ਬਾਣੀ ਸ਼ਬਦ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਉਹਦਾ ਤੇ ਕੰਮ ਹੈ। ਜਿਵੇਂ ਇੱਕ ਦੁਕਾਨ ਕੋਲ ਜਾਈਏ ਨਾ, ਦੁਕਾਨਦਾਰ ਦੇ ਕੋਲ ਸਾਰੀਆਂ ਹੀ ਚੀਜ਼ਾਂ ਹੁੰਦੀਆਂ ਨੇ। ਉਹ ਮਰਜ਼ੀ ਤੁਹਾਡੀ ਹੈ, ਮਿਰਚ ਲੈਣੀ ਹੈ, ਲੂਣ ਲੈਣਾ ਹੈ, ਉਹਦੇ ਕੋਲ ਕੋਈ ਹੋਰ ਸਮਾਨ ਲੈਣਾ ਹੈ, ਕਰਿਆਨੇ ਦੀ ਦੁਕਾਨ ਤੇ ਜਾਓਗੇ ਸਾਰਾ ਕੁਝ ਹੀ ਹੈ। ਪਰਮਾਤਮਾ ਕੋਲ ਸਾਰਾ ਹੀ ਕੁਝ ਹੈ। ਹੁਣ ਜੋ ਮੰਗ ਹੈ ਉਹ ਮੰਗ ਰਿਹਾ, ਉਹ ਦੇ ਦੇਗਾ ਜੋ ਮੰਗਾ, ਔਰ ਉਹ ਮੰਗ ਦੀ ਪੂਰਤੀ ਜ਼ਰੂਰ ਕਰਦਾ ਹੈ। ਹਾਂ, ਉਨੀ ਯੋਗਤਾ ਹੋਣੀ ਜ਼ਰੂਰੀ ਹੈ, ਤਾਂ ਹੀ ਮੰਗ ਦੀ ਪੂਰਤੀ ਹੁੰਦੀ ਹੈ। ਉਨਾ ਕਰਮ ਹੋਣਾ ਜ਼ਰੂਰੀ ਹੈ। ਇੱਕ ਮਨੁੱਖ ਆਪਣੇ ਪਿਤਾ ਤੋਂ ਹੈ 12 ਸਾਲ ਦਾ, ਵੱਡੀ ਮੋਟਰਸਾਈਕਲ ਦੀ ਮੰਗ ਕਰ ਰਿਹਾ, ਕਹੇਗਾ ਨਹੀਂ ਤੈਨੂੰ ਨਹੀਂ ਦੇਣੀ, ਕਿਉਂ? ਤੇਰੀ ਹਜੇ ਯੋਗਤਾ ਨਹੀਂ ਹੈ, ਤੂੰ ਇਸ ਮੋਟਰਸਾਈਕਲ ਨੇ ਤੈਨੂੰ ਹੀ ਨੁਕਸਾਨ ਪਹੁੰਚਾ ਦੇਣਾ, ਤੇਰੀ ਯੋਗਤਾ ਹੀ ਨਹੀਂ ਹੈ ਜੀ। ਹੋਰ ਥੋੜਾ 20 ਸਾਲ ਦਾ ਹੁੰਦਾ, ਕਹਿੰਦਾ ਹੁਣ ਲੈ ਸਕਦਾ, ਕਿਉਂ? ਤੇਰੀ ਯੋਗਤਾ ਹੈ। ਇਵੇਂ ਮਨੁੱਖ ਪਰਮਾਤਮਾ ਦੇ ਅੱਗੇ ਮੰਗ ਕਰਦਾ ਹੈ, ਜੇ ਉਹਨੂੰ ਨਹੀਂ ਮਿਲ ਰਹੀ, ਇਹਦਾ ਇੱਕੋ ਹੀ ਮਤਲਬ ਹੈ ਉਹਦੀ ਹਜੇ ਯੋਗਤਾ ਹੀ ਨਹੀਂ ਹੈ ਉਸ ਚੀਜ਼ ਨੂੰ ਲੈਣ ਦੀ। ਆਪਣੇ ਅੰਦਰ ਯੋਗਤਾ ਪੈਦਾ ਕਰੇ, ਉਹ ਕਿਵੇਂ ਹੋਏਗੀ? ਉਸ ਦੀ ਯਾਦ ਨਾਲ, ਉਸ ਦੀ ਬੰਦਗੀ, ਉਸ ਦੀ ਸੇਵਾ ਨਾਲ। ਇਸ ਕਰਕੇ ਮਨੁੱਖ ਸੇਵਾ ਕਰਦਾ ਹੈ, ਬੰਦਗੀ ਕਰਦਾ ਹੈ, ਉਹਦੀ ਐਵਜ ਦੇ ਵਿੱਚ ਪਰਮਾਤਮਾ ਤੋਂ ਕੁਝ ਮੰਗ ਲੈਂਦਾ ਹੈ। ਬਸ ਉਹ ਜੋ ਮੰਗੇਗਾ ਉਹਦਾ ਫਲ ਉਹਨੂੰ ਉੱਥੇ ਮਿਲ ਗਿਆ। ਇਸ ਦੇ ਨਾਲ ਜਿਹੜਾ ਮੁੱਖ ਸਾਧਨ ਹੈ ਕਲਿਆਣ ਦਾ, ਮੁਕਤੀ ਦਾ, ਉਹ ਉਹਨੂੰ ਪ੍ਰਾਪਤ ਨਹੀਂ ਹੁੰਦਾ। ਮੰਗ ਮਿਲਣ ਦੇ ਨਾਲ ਸ਼ਾਂਤੀ ਨਹੀਂ ਆਉਂਦੀ ਹੈ। ਮੰਗ ਮਿਲਣ ਦੇ ਨਾਲ ਸ਼ਾਂਤੀ ਨਹੀਂ ਆਏਗੀ, ਕਿਉਂਕਿ ਉਹ ਮੰਗ ਪੂਰੀ ਹੋਣੀ ਹੈ, ਅੱਗੇ ਖੜੀ ਹੋ ਜਾਣੀ ਹੈ। ਕੁਝ ਪਰਮਾਤਮਾ ਤੋਂ ਮੰਗਦੇ ਰਹੇ, ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਇਸ ਕਰਕੇ ਪਰਮਾਤਮਾ ਦਾ ਸੇਵਕ ਆਗਿਆਕਾਰੀ ਹੁੰਦਾ। ਉਹ ਕਹਿੰਦਾ ਪਰਮਾਤਮਾ ਮੈਨੂੰ ਤੇ ਨਹੀਂ ਪਤਾ ਕੀ ਮੇਰੇ ਵਾਸਤੇ ਠੀਕ ਹੈ, ਕੀ ਮੇਰੇ ਵਾਸਤੇ ਗਲਤ ਹੈ, ਕਿਉਂ? ਮੇਰੀ ਤੇ ਦਿਮਾਗ ਹੀ ਛੋਟਾ ਹੈ, ਮੈਨੂੰ ਕੀ ਪਤਾ ਹੈ ਮੇਰੇ ਵਾਸਤੇ ਠੀਕ ਕੀ ਹੈ। ਫਿਰ ਮੈਂ ਤੈਨੂੰ ਇੱਕ ਗੱਲ ਕਹਿ ਸਕਦਾ, हे ਪਰਮਾਤਮਾ, ਜਿਵੇਂ ਤੇਰੀ ਮਰਜ਼ੀ ਹੈ ਤੂੰ ਮੈਨੂੰ ਉਵੇਂ ਹੀ ਰੱਖ, ਇਹ ਮਰਜ਼ੀ।
ਇਹਨੂੰ ਕਹਿੰਦੇ ਆਗਿਆ ਪਾਲਨ। ਹੁਣ ਆਗਿਆ ਪਾਲਨ ਉਹ ਕਿਉਂ ਕਰ ਰਿਹਾ ਹੈ? ਉਹ ਇਸ ਕਰਕੇ ਆਗਿਆ ਪਾਲਨ ਕਰ ਰਿਹਾ ਹੈ, ਉਹਨੂੰ ਨਹੀਂ ਪਤਾ ਮੇਰੇ ਵਾਸਤੇ ਇੱਥੇ ਠੀਕ ਕੀ ਹੈ। ਮਨੁੱਖ ਆਗਿਆ ਪਾਲਨ ਉਹੀ ਕਰ ਸਕਦਾ ਹੈ ਪਰਮਾਤਮਾ ਦਾ ਜਿਹਨੂੰ ਪਤਾ ਲੱਗ ਗਿਆ ਮੈਂ ਛੋਟਾ ਹਾਂ, ਪਰਮਾਤਮਾ ਵੱਡਾ ਹੈ। ਉਹ ਮਨੁੱਖ ਆਗਿਆ ਪਾਲਨ ਕਰੇਗਾ, ਵੈਸੇ ਨਹੀਂ ਕਰੇਗਾ। ਇੱਕ ਪੁੱਤਰ ਆਪਣੇ ਪਿਤਾ ਦੀ ਆਗਿਆ ਦਾ ਪਾਲਨ ਕਿਉਂ ਕਰਦਾ ਹੈ? ਕਿਉਂਕਿ ਪੁੱਤਰ ਨੂੰ ਪਤਾ ਹੈ ਮੈਂ ਛੋਟਾ ਹਾਂ, ਮੈਨੂੰ ਸਮਝ ਨਹੀਂ ਹੈ, ਮੇਰੇ ਪਿਤਾ ਨੂੰ ਸਮਝ ਹੈ। ਹੁਣ ਉਹ ਕਈ ਰਿਜ਼ਲਟ ਉਹਨੇ ਵੇਖੇ ਵੀ ਹੁੰਦੇ ਨੇ ਵੀ ਮੇਰੀ ਬੇਵਕੂਫੀ ਕਰਕੇ ਇਹ ਮਾੜਾ ਰਿਜ਼ਲਟ ਨਿਕਲਿਆ ਸੀ, ਪਿਤਾ ਨੇ ਮੈਨੂੰ ਉਦੋਂ ਵੀ ਕਿਹਾ ਸੀ ਇਹ ਨਾ ਕਰ। ਇਸ ਕਰਕੇ ਪਿਤਾ ਦੀ ਆਗਿਆ ਪੁੱਤਰ ਤਾਂ ਮੰਨਦਾ ਹੈ, ਉਹਨੂੰ ਪਤਾ ਹੈ ਮੇਰਾ ਦਿਮਾਗ ਛੋਟਾ ਹੈ। ਇੱਕ ਭਗਤ ਪਰਮਾਤਮਾ ਦੀ ਆਗਿਆ ਤਾਂ ਮੰਨਦਾ ਹੈ, ਉਹਨੂੰ ਪਤਾ ਹੈ ਪਰਮਾਤਮਾ ਦੇ ਅੱਗੇ ਮੈਂ ਕੁਝ ਵੀ ਨਹੀਂ ਹਾਂ। ਮੇਰੀ ਜ਼ਿੰਦਗੀ ਵਿੱਚ ਇਹ ਦੁੱਖ ਚੱਲ ਰਿਹਾ ਹੈ, ਇਹ ਦੁੱਖ ਦੇ ਵਿੱਚੋਂ ਵੀ ਕੁਝ ਨਿਕਲਣ ਵਾਲਾ ਹੈ, ਇਹ ਮੈਨੂੰ ਨਹੀਂ ਪਤਾ। ਕਿਉਂਕਿ ਮਨੁੱਖ ਦੀ ਇੰਨੀ ਲੰਮੀ ਦ੍ਰਿਸ਼ਟੀ ਨਹੀਂ ਹੈ। ਜੋ ਅੱਜ ਦੀ ਚੀਜ਼ ਇਹਦੇ ਨਾਲ ਹੋ ਰਹੀ ਹੈ, 5 ਸਾਲਾਂ ਬਾਅਦ ਇਹ ਕੀ ਰਿਜ਼ਲਟ ਲੈ ਕੇ ਆਏਗੀ ਇਹਨੂੰ ਕੀ ਪਤਾ ਹੈ? ਕੋਈ ਪਤਾ ਨਹੀਂ। ਮਨੁੱਖ ਸੋਚ ਸਕਦਾ ਬਸ ਅੱਜ ਦੀ ਸੋਚ ਲਏਗਾ ਜਾਂ ਜਦ ਤੱਕ ਪਰਸੋਂ ਦੀ ਸੋਚ ਲਏਗਾ। ਉਹ ਸੋਚ ਰਿਹਾ ਹੈ ਜੋ ਮੇਰੇ ਤੇ ਅੱਜ ਗਲਤ ਪ੍ਰਭਾਵ ਪੈ ਰਿਹਾ ਹੈ, ਸ਼ਾਇਦ ਇਸੇ ਕਰਕੇ ਮੈਂ ਦੁਖੀ ਹਾਂ। ਨਹੀਂ, ਪਹਿਲਾ ਗੁਣ ਹੈ ਪਰਮਾਤਮਾ ਦੇ ਭਗਤ ਦਾ ਉਹਦੀ ਆਗਿਆ ਦੇ ਵਿੱਚ ਰਹਿਣਾ। ਦੂਜੀ ਗੱਲ ਕਹਿੰਦੇ ਨੇ ਠਾਕੁਰ ਕਾ ਸੇਵਕ ਸਦਾ ਪੁਜਾਰੀ, ਉਹ ਸਦਾ ਹੀ ਰੱਬ ਦੀ ਪੂਜਾ ਕਰਦਾ ਰਹਿੰਦਾ, ਸਦਾ ਹੀ। ਮੈਂ ਕੱਲ ਸ਼ਾਮ ਵੀ ਇਹ ਬੇਨਤੀ ਕੀਤੀ ਸਾਧ ਸੰਗਤ, ਮਨੁੱਖ ਪਰਮਾਤਮਾ ਦੀ ਪੂਜਾ ਤੇ ਕਰਦਾ ਹੈ ਪਰ ਸਦਾ ਨਹੀਂ ਕਰਦਾ। ਇਹ ਉਦੋਂ ਪੂਜਾ ਆਰੰਭ ਕਰਦਾ ਹੈ ਜਦੋਂ ਇਹਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਬਸ ਉਦੋਂ। ਜਦੋਂ ਮੰਗ ਪੂਰੀ ਹੋ ਜਾਂਦੀ ਹੈ ਪੂਜਾ ਉਦੋਂ ਹੀ ਸਮਾਪਤ ਹੋ ਜਾਂਦੀ ਹੈ। ਜਾਂ ਤੇ ਮੰਗ ਪੂਰੀ ਹੋ ਜਾਏ ਜਾਂ ਮੰਗ ਮਿਲੇ ਹੀ ਨਾ, ਉਦੋਂ ਵੀ ਛੱਡ ਦਿੰਦਾ। ਮਨੁੱਖ ਪਰਮਾਤਮਾ ਦੀ ਸਲੋਤ, ਪਰਮਾਤਮਾ ਦੇ ਦਰ ਤੇ ਸੇਵਾ, ਉਹਦਾ ਸਿਮਰਨ ਉਦੋਂ ਤੋਂ ਹੀ ਕਰਦਾ ਹੈ, ਗੁਰਬਾਣੀ ਉਦੋਂ ਤੋਂ ਹੀ ਪੜ੍ਹਦਾ ਹੈ ਜਦੋਂ ਤੈਨੂੰ ਪਤਾ ਹੈ ਮੈਨੂੰ ਕੋਈ ਮੰਗ ਦੀ ਲੋੜ ਹੈ। ਉਦੋਂ ਤੋਂ ਹੀ ਉਹ ਪੂਜਾ। ਕਿਉਂ? ਕਿਉਂਕਿ ਜਿਹੜੀ ਪੂਜਾ ਵੀ ਹੈ ਇਹ ਵੀ ਮਤਲਬ ਨਾਲ ਹੁੰਦੀ ਹੈ, ਪਿਆਰ ਨਾਲ ਨਹੀਂ। ਪਿਆਰ ਵੱਖਰੀ ਚੀਜ਼ ਹੈ, ਮਤਲਬ ਵੱਖਰੀ ਚੀਜ਼ ਹੈ। ਜਿਵੇਂ ਮਤਲਬੀ ਜਿਹੜੇ ਲੋਕ ਹੁੰਦੇ ਨੇ ਉਦੋਂ ਤਾਈਂ ਮਤਲਬੀ ਲੋਕ ਇੱਕ ਮਨੁੱਖ ਦੇ ਨਾਲ ਨਾਲ ਰਹਿੰਦੇ ਨੇ। ਕਦੋਂ ਤਾਈਂ? ਜਦੋਂ ਤਾਈਂ ਉਹਦਾ ਮਤਲਬ ਪੂਰਾ ਨਹੀਂ ਹੁੰਦਾ। ਜਿਹਨੂੰ ਪੰਜਾਬੀ ਦੇ ਵਿੱਚ ਵੈਸੇ ਆਮ ਭਾਈ ਝੋਲੀ ਚੁੱਕ ਕਿਹਾ ਜਾਂਦਾ ਹੈ। ਔਰ ਉਹ ਕਿਹਨੂੰ ਕਹਿੰਦੇ ਨੇ ਝੋਲੀ ਚੁੱਕ? ਪਹਿਲਾਂ ਰਾਜੇ ਜਦੋਂ ਚੱਲਦੇ ਹੁੰਦੇ ਸੀ ਨਾ, ਉਹਨਾਂ ਦੇ ਪਿੱਛੇ ਚੋਲੇ ਲੰਮੇ ਹੁੰਦੇ ਸੀ, ਪਿੱਛੋਂ ਤੇ ਚੋਲਾ ਲਮਕਦਾ ਹੁੰਦਾ ਸੀ ਤੇ 2 ਜਣੇ ਉਹਦੇ ਚੋਲਾ ਚੁੱਕ ਕੇ ਰੱਖਦੇ ਹੁੰਦੇ ਸੀ ਪਿੱਛੇ, ਉਹਨੂੰ ਕਹਿੰਦੇ ਹੁੰਦੇ ਸੀ ਝੋਲੀ ਚੁੱਕ। ਉਹ ਉਦੋਂ ਤੇ ਹੀ ਚੁੱਕਦੇ ਸਨ ਜਦੋਂ ਤੇ ਹੀ ਰਾਜਾ ਪੈਸੇ ਦਿੰਦਾ ਸੀ, ਜਦੋਂ ਬੰਦ ਕਰ ਦੇਗਾ ਉਦੋਂ ਹੀ ਚੋਲਾ ਥੱਲੇ ਸੁੱਟ ਦਿੰਦਾ। ਇਵੇਂ ਮਨੁੱਖ ਪਰਮਾਤਮਾ ਦੇ ਨਾਲ ਇਸੇ ਤਰੀਕੇ ਦਾ ਵਿਵਹਾਰ ਕਰਦਾ ਹੈ। ਜਦੋਂ ਤਾਈਂ ਤੇ ਪਰਮਾਤਮਾ ਨਾਲ ਮਤਲਬ ਹੈ, ਫਿਰ ਐਸੇ ਮਤਲਬੀ ਲੋਕਾਂ ਤੋਂ ਪਰਮਾਤਮਾ ਵੀ ਗੁਰੇਜ਼ ਕਰਨਾ ਸ਼ੁਰੂ ਕਰ ਦਿੰਦਾ। ਇਹ ਸਭ ਤੋਂ ਵੱਡਾ ਮਨੁੱਖ ਦੀ ਜ਼ਿੰਦਗੀ ਦੀ ਬੈਕਲੌਗ ਹੈ, ਪਾਪ ਹੈ। ਮੈਨੂੰ ਯਾਦ ਆਉਂਦੀ ਹੈ ਸ਼ੇਖ ਸਾਦੀ ਦੇ ਜੀਵਨ ਦੀ ਘਟਨਾ। ਉਹ ਕਹਿੰਦਾ ਰੱਬ ਦੇ ਦਰ ਤੇ ਕੋਈ ਮਨੁੱਖ ਬਾਰ-ਬਾਰ ਮੰਗ ਰਿਹਾ ਸੀ। ਪਰਮਾਤਮਾ ਆਪਣੇ ਦੂਤਾਂ ਨੂੰ ਕਹਿੰਦਾ ਜਾ ਇਹਨੂੰ ਦੇ ਦਿਓ। ਦੂਤ ਕਹਿੰਦੇ ਨੇ ਪਰਮਾਤਮਾ ਜੀ ਤੁਸੀਂ ਹੋ ਕੇ ਅੱਗੇ ਦੇਵੋ। ਕਹਿੰਦੇ ਨਹੀਂ, ਮੈਨੂੰ ਇਹ ਤੋਂ ਸ਼ਰਮ ਆਉਂਦੀ ਹੈ। ਕਹਿੰਦੇ ਤੈਨੂੰ ਪਰਮਾਤਮਾ ਜੀ ਤੁਹਾਨੂੰ ਸ਼ਰਮ ਆਉਂਦੀ ਹੈ? ਉਹਨੇ ਆ ਕੇ ਉਹ ਚੀਜ਼ ਉਹਨੂੰ ਦੇ ਦਿੱਤੀ। ਸ਼ੇਖ ਸਾਦੀ ਕਹਿੰਦਾ ਹੈ ਉਹ ਬੰਦਾ ਕਹਿੰਦਾ ਪਰਮਾਤਮਾ ਕਿੱਡਾ ਵੱਡਾ ਹੈ, ਪਾਪ ਅਸੀਂ ਕਰਦੇ ਹਾਂ, ਸ਼ਰਮਿੰਦਾ ਪਰਮਾਤਮਾ ਨੂੰ ਹੋਣਾ ਪੈਂਦਾ। ਅੱਖ ਸਾਡੇ ਨਾਲ ਉਹ ਨਹੀਂ ਮਿਲਦਾ। ਪਾਪ ਸਾਡੇ ਨੇ, ਸ਼ਰਮਿੰਦਗੀ ਉਹਨੂੰ ਵੇਖਣੀ ਪੈਂਦੀ ਹੈ। ਇਸ ਕਰਕੇ ਸਾਧ ਸੰਗਤ ਜੋ ਪਰਮਾਤਮਾ ਹੈ, ਮਨੁੱਖ ਉਸ ਦੇ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਉਦੋਂ ਗੱਲ ਕਰ ਸਕਦਾ ਹੈ ਜਦੋਂ ਪ੍ਰੇਮ ਵਿੱਚ ਹੋਏ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਛੋਟੀ ਉਮਰ ਵਿੱਚ ਸਨ, ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਾਂਦੇ ਹੁੰਦੇ ਸਨ। ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਜਾਣਾ, ਅੱਖਾਂ ਨੀਵੀਆਂ ਰੱਖਣੀਆਂ, ਕਹਿਣਾ ਸਿੱਖਾਂ ਸੰਗਤਾਂ ਕਹਿਣਾ ਮਹਾਰਾਜ ਤੁਹਾਡੇ ਇਹ ਬੱਚੇ ਨਿਗਾਹ ਨੀਵੀਂ ਰੱਖਦੇ ਨੇ, ਕਾਰਨ ਕੀ ਹੈ? ਤੁਹਾਨੂੰ ਮੱਥਾ ਟੇਕਦੇ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪੁੱਛਿਆ ਤੁਸੀਂ ਨਿਗਾਹ ਨੀਵੀਂ ਕਿਉਂ ਰੱਖਦੇ ਹੋ, ਮੱਥਾ ਟੇਕਦੇ ਆ? ਕਹਿੰਦੇ ਮਹਾਰਾਜ ਜਿਹਨੂੰ ਸਾਡੇ ਅੰਦਰ ਦੇ ਔਗੁਣਾਂ ਦਾ ਪਤਾ ਹੋਏ ਉਹਦੇ ਅੱਗੇ ਅੱਖਾਂ ਉੱਚੀਆਂ ਕਰਕੇ ਗੱਲ ਨਹੀਂ ਹੁੰਦੀ।
ਇਹ ਸੱਚੇ ਪਾਤਸ਼ਾਹ ਅੰਤਰਜਾਮੀ ਸਭ ਵਿਦ ਜਾਣੈ। ਤੂੰ ਜਾਣਦਾ ਹੈ ਮੈਂ ਦਿਲ ਦੇ ਵਿੱਚ ਕਿੰਨੇ ਪਾਪ ਕਮਾਉਣਾ ਹਾਂ ਦਿਨ ਵਿੱਚ। ਤੈਨੂੰ ਮੇਰੇ ਅੰਦਰ ਦਾ ਪਤਾ ਹੈ। ਤੇਰੇ ਅੱਗੇ ਮੈਂ ਅੱਖਾਂ ਉੱਚੀਆਂ ਕਰਕੇ ਗੱਲ ਕਰਾਂ ਕਿਵੇਂ? ਮੈਂ ਤੇਰੇ ਨਾਲ ਅੱਖਾਂ ਨਹੀਂ ਮਿਲਾ ਸਕਦਾ। ਕਿਉਂ? ਮੇਰੇ ਪਾਪ ਬੜੇ ਨੇ। ਇਹ ਭਾਵਨਾਵਾਂ ਹਨ ਸਾਧ ਸੰਗਤ। ਜਿਹੜੇ ਲੋਕ ਪਰਮਾਤਮਾ ਦੀ ਪੂਜਾ ਵਿੱਚ ਆ ਗਏ ਨੇ, ਉਹਨਾਂ ਦੇ ਦਿਲਾਂ ਦੀਆਂ ਭਾਵਨਾਵਾਂ ਨੇ। ਉਹਨਾਂ ਨੂੰ ਇਹ ਪਤਾ ਹੁੰਦਾ ਹੈ ਸਾਡੇ ਅੰਦਰ ਚੱਲ ਕੀ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਠਾਕੁਰ ਕਾ ਸੇਵਕ ਸਦਾ ਪੁਜਾਰੀ। ਉਹ ਸਦਾ ਹੀ ਪਰਮਾਤਮਾ ਦੀ ਪੂਜਾ ਕਰਦਾ ਹੈ। ਵੱਖਰੀ ਗੱਲ ਹੈ ਦੁੱਖ ਮਿਲ ਰਹੇ ਨੇ, ਸੁੱਖ ਮਿਲ ਰਹੇ ਨੇ, ਉਹਨੂੰ ਪਤਾ ਹੈ ਦੁੱਖ ਵੀ ਉਹਦੇ ਤੋਂ ਆਉਂਦੇ ਨੇ, ਸੁੱਖ ਵੀ ਉਹਦੇ ਤੋਂ ਆਉਂਦੇ ਨੇ। ਇਹ ਜੋ ਮੈਨੂੰ ਦੁੱਖ ਮਿਲ ਰਹੇ ਨੇ, ਇਹ ਜੋ ਸੁੱਖ ਮਿਲ ਰਹੇ ਨੇ, ਦੋਵਾਂ ਦਾ ਦਾਤਾ ਪਰਮਾਤਮਾ ਹੀ ਹੈ। ਦੁੱਖ ਵੀ ਉੱਥੋਂ ਹੀ ਨੇ, ਸੁੱਖ ਵੀ ਉੱਥੋਂ ਨੇ, ਆਨੰਦ ਵੀ ਉੱਥੋਂ ਹੀ ਹੈ। ਦੋਵੇਂ ਚੀਜ਼ਾਂ ਉੱਥੋਂ ਹੀ ਮਿਲਦੀਆਂ ਨੇ। ਇਸ ਕਰਕੇ ਕਹਿੰਦੇ ਨੇ ਉਹਦੇ ਮਨ ਦੇ ਵਿੱਚ ਸਦਾ ਪੂਜਾ ਰਹਿੰਦੀ ਹੈ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ। ਉਹਦੇ ਅੰਦਰ ਪਰਮਾਤਮਾ ਦਾ ਵਿਸ਼ਵਾਸ, ਪਰਮਾਤਮਾ ਦਾ ਪਿਆਰ ਰਹਿੰਦਾ ਹੈ। ਠਾਕੁਰ ਦਾ ਤੀਜਾ ਗੁਣ, ਪਹਿਲਾ ਗੁਣ ਪਰਮਾਤਮਾ ਦੀ ਆਗਿਆ ਮੰਨਦਾ ਹੈ। ਦੂਜਾ ਗੁਣ ਉਹ ਸਦਾ ਹੀ ਉਹਦੀ ਪੂਜਾ ਕਰਦਾ ਹੈ। ਤੀਜਾ ਗੁਣ ਉਹਦੇ ਹਿਰਦੇ ਵਿੱਚ ਉਹਦੀ ਪ੍ਰਤੀਤ ਹੁੰਦੀ ਹੈ। ਜਿਵੇਂ ਇੱਕ ਫਕੀਰ ਪਰਮਾਤਮਾ ਦੇ ਦਰ ਤੇ ਖੜਾ ਹੈ, ਅੱਖਾਂ ਬੰਦ ਕਰਕੇ ਬੈਠਾ ਸੀ, ਉਹਦੇ ਨਾਲ ਉਹਦੇ ਦੋਸਤ ਵੀ ਬੈਠੇ ਸਨ। ਉਹਨੇ ਅੱਖਾਂ ਖੋਲੀਆਂ, ਕਹਿੰਦੇ ਫਕੀਰ ਤੂੰ ਰੱਬ ਦੇ ਦਰ ਤੋਂ ਧਿਆਨ ਵਿੱਚ ਜਾ ਕੇ ਬਹੁਤ ਕੁਝ ਪ੍ਰਾਪਤ ਕਰਕੇ ਲਿਆਇਆ, ਉਸ ਦਰਖਤ ਤੋਂ ਕੁਝ ਸਾਨੂੰ ਵੀ ਦੇ ਦੇ। ਉਹ ਫਕੀਰ ਕਹਿੰਦਾ ਮੇਰੇ ਵੀ ਦਿਲ ਦੇ ਵਿੱਚ ਇਹੀ ਸੀ, ਜਦੋਂ ਮੈਂ ਉਹ ਦਰਖਤ ਪਰਮਾਤਮਾ ਰੂਪੀ ਦਰਖਤ ਦੇ ਕੋਲ ਪਹੁੰਚਾਂਗਾ, ਆਪਣੀ ਝੋਲੀ ਦੇ ਵਿੱਚ ਉਹਦੇ ਬੜੇ ਸਾਰੇ ਫੁੱਲ ਤੋੜ ਕੇ ਲਿਆਵਾਂਗਾ, ਫਲ ਤੋੜ ਕੇ ਲਿਆਵਾਂਗਾ। ਪਰ ਜਦੋਂ ਉਹਦੇ ਨੇੜੇ ਪਹੁੰਚਾ ਮੇਰੀ ਝੋਲੀ ਥੱਲੇ ਹੀ ਰਹਿ ਗਈ। ਉਹਨੂੰ ਵੇਖ ਕੇ ਮੈਂ ਉਹਦੇ ਵਿੱਚ ਹੀ ਮਗਨ ਹੋ ਗਿਆ, ਮੰਗ ਖਤਮ ਹੀ ਹੋ ਗਈ। ਕਹਿੰਦਾ ਇਸ ਕਰਕੇ ਮੈਂ ਕੁਝ ਲਿਆਇਆ ਨਹੀਂ ਆ। ਇਸ ਕਰਕੇ ਸਾਧ ਸੰਗਤ ਪ੍ਰਤੀਤ ਐਸੀ ਚੀਜ਼ ਹੁੰਦੀ ਹੈ, ਜਦੋਂ ਪ੍ਰੇਮ ਹੋ ਜਾਂਦਾ ਹੈ, ਉਸ ਪ੍ਰੇਮ ਦੀ ਜਗ੍ਹਾ ਤੇ ਮੰਗਾਂ ਸਮਾਪਤ ਹੋ ਜਾਂਦੀਆਂ ਨੇ। ਪ੍ਰੇਮ ਹੁੰਦਾ ਹੀ ਉੱਥੇ ਹੈ ਜਿੱਥੇ ਮੰਗਾਂ ਨਾ ਹੋਣ। ਜਿੱਥੇ ਮੰਗਾਂ ਨੇ ਉੱਥੇ ਪ੍ਰੇਮ ਨਹੀਂ ਹੈ, ਮਤਲਬ ਹੈ। ਔਰ ਮਤਲਬ ਜਦੋਂ ਤਾਈਂ ਨਹੀਂ ਨਿਕਲਦਾ, ਮਨੁੱਖ ਸਦਾ ਸਦਾ ਉਹਦੇ ਨਾਲ ਹੀ ਰਹਿੰਦਾ ਹੈ। ਕਈ ਵਾਰੀ ਤੇ ਐਸਾ ਵੀ ਹੁੰਦਾ ਹੈ, ਇੱਕ ਥਾਂ ਤੋਂ ਮਤਲਬ ਨਾ ਨਿਕਲੇ, ਮਨੁੱਖ ਥਾਂ ਹੀ ਚੇਂਜ ਕਰ ਲੈਂਦਾ। ਬੜੀ ਵਾਰੀ ਵੇਖਿਆ ਗਿਆ, ਇੱਕ ਥਾਂ ਤੋਂ ਮਤਲਬ ਨਹੀਂ ਨਿਕਲ ਰਿਹਾ, ਇੱਥੋਂ ਮਤਲਬ ਨਹੀਂ ਨਿਕਲਿਆ, ਦੂਜੀ ਥਾਂ ਚੱਲ ਪਓ। ਦੂਜੀ ਥਾਂ ਤੋਂ ਨਹੀਂ ਨਿਕਲਿਆ, ਤੀਜੀ ਥਾਂ ਚੱਲ ਪਓ। ਮਤਲਬ ਹੀ ਲੋਕ ਬਦਲਦੇ ਰਹਿੰਦੇ ਨੇ, ਥਾਵਾਂ ਬਦਲਦੇ ਰਹਿੰਦੇ ਨੇ, ਲੋਕ ਬਦਲਦੇ ਰਹਿੰਦੇ ਨੇ। ਉਹੀ ਗੱਲਾਂ ਲੋਕ ਜਿਹੜੀਆਂ ਅੱਜ ਤੋਂ ਪਹਿਲਾਂ ਸਾਨੂੰ ਕਹਿੰਦੇ ਸਨ ਤੁਸੀਂ ਬੜੇ ਚੰਗੇ ਹੋ, ਉਹੀ ਲੋਕ ਉਹਨਾਂ ਲੋਕਾਂ ਨੂੰ ਕਹਿਣੀਆਂ ਸ਼ੁਰੂ ਕਰ ਦਿੰਦੇ ਨੇ ਜਿਨ੍ਹਾਂ ਦੇ ਕੋਲ ਬਹੁਤ ਕੁਝ ਹੁੰਦਾ ਹੈ। ਉਹਨਾਂ ਨੂੰ ਉਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੰਦੇ ਨੇ। ਕਿਉਂ? ਮਤਲਬੀ ਦਾ ਆਪਣੇ ਮਤਲਬ ਦੇ ਨਾਲ ਮਤਲਬ ਹੁੰਦਾ ਹੈ, ਮਨੁੱਖ ਦੇ ਨਾਲ ਕੋਈ ਮਤਲਬ ਨਹੀਂ ਹੈ। ਸਨੇਹ ਉਦੋਂ ਤੋਂ ਹੀ ਬਣਿਆ ਰਹਿੰਦਾ ਹੈ ਜਦੋਂ ਤਾਈਂ ਕੋਲ ਕੁਝ ਹੈ, ਜਦੋਂ ਤਾਈਂ ਕੁਝ ਮਿਲ ਰਿਹਾ ਹੈ, ਸਨੇਹ ਬਣਿਆ ਰਹੇਗਾ। ਬਾਣੀ ਇਹ ਕਹਿੰਦੀ ਹੈ ਜਿਹਦੇ ਦਿਨ ਤੇਰੇ ਕੋਲ ਕੁਝ ਨਹੀਂ ਹੋਣਾ, ਯਾਦ ਰੱਖੀ ਤੇਰੇ ਨਾਲ ਦੇ ਰਹਿਣ ਵਾਲਿਆਂ ਵੀ ਤੇਰੇ ਸਾਥ ਛੱਡ ਜਾਣੇ ਨੇ। ਅੱਜ ਜੋ ਤੈਨੂੰ ਆਪਣੇ ਲੱਗਦੇ ਨੇ ਤੇਰੇ ਨਹੀਂ ਰਹਿਣਗੇ। ਇਹਨੇ ਇੱਕ ਮਨੁੱਖ ਬੜਾ ਅਮੀਰ ਹੈ, ਬੜੇ ਪੈਸੇ ਸਨ ਉਹਦੇ ਕੋਲ, ਲੋਕੀ ਲਗਾਤਾਰ ਉਹਦੇ ਸਾਹਮਣੇ ਘੇਰਾ ਬਣਾ ਕੇ ਰੱਖਦੇ ਨੇ। ਇੱਕ ਦਿਨ ਜੂਏ ਦੇ ਵਿੱਚ ਸਾਰਾ ਕੁਝ ਹੀ ਹਾਰ ਗਿਆ। ਉਹ ਲੋਕੀ ਬੈਠੇ ਸਨ, ਬਹੁਤ ਕੁਝ ਹਾਰ ਗਿਆ, ਅੱਧੇ ਕਿਤੇ ਉੱਠ ਕੇ ਚੱਲ ਪਏ, ਦੂਜੇ ਬੈਠੇ ਰਹਿ ਗਏ। ਉਹ ਪੁੱਛਦੀ ਹੈ, ਉਹਦੇ ਘਰ ਦੀ ਪੁੱਛਦੀ ਹੈ ਬਾਕੀ ਦੇ ਚਲੇ ਗਏ ਨੇ, ਇਹ ਕਿਉਂ ਬੈਠੇ ਨੇ? ਕਹਿੰਦੇ ਇਹ ਤਾਂ ਬੈਠੇ ਨੇ, ਇਹਨਾਂ ਨੂੰ ਪਤਾ ਨਹੀਂ ਲੱਗਾ ਮੈਂ ਕੰਗਾਲ ਹੋ ਗਿਆ। ਜਦੋਂ ਇਹਨਾਂ ਨੂੰ ਪਤਾ ਲੱਗਣਾ ਹੈ, ਇਹਨਾਂ ਵੀ ਸਾਰੇ ਉੱਠ ਕੇ ਚੱਲ ਪੈਣਾ। ਲੋਕੀ ਦਰ, ਵਿਅਕਤੀ ਤੇ ਸਥਾਨ ਬਦਲਦਿਆਂ ਟਾਈਮ ਨਹੀਂ ਲਾਉਂਦੇ। ਵਿਅਕਤੀ, ਸਥਾਨ ਲੋਕੀ ਮਿੰਟ ਤੋਂ ਪਹਿਲਾਂ ਬਦਲ ਜਾਂਦੇ ਨੇ। ਕਿਉਂ? ਮਨੁੱਖ ਸਥਾਨ ਤੇ ਵਿਅਕਤੀ ਨਾਲ ਨਹੀਂ ਜੁੜਿਆ, ਮਨੁੱਖ ਜੁੜਿਆ ਆਪਣੀ ਮੰਗ ਦੇ ਨਾਲ। ਜਦੋਂ ਮੰਗ ਨਹੀਂ ਪੂਰੀ ਹੋਏਗੀ, ਵਿਅਕਤੀ ਵੀ ਬਦਲ ਜਾਏਗਾ, ਸਥਾਨ ਵੀ ਬਦਲ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਰੱਬ ਦਾ ਸੇਵਕ ਐਸਾ ਨਹੀਂ ਹੁੰਦਾ, ਕਿਉਂਕਿ ਉਸ ਦੇ ਨਾਲ ਉਹਦੇ ਪ੍ਰੇਮ ਦੇ ਸੰਬੰਧ ਹੁੰਦੇ ਨੇ, ਪ੍ਰੇਮ ਦੇ। ਠਾਕੁਰ ਕੇ ਸੇਵਕ ਕਹਿ ਮਨ ਪ੍ਰਤੀਤ। ਚੌਥਾ ਗੁਣ ਉਹਦਾ ਇਹ ਹੁੰਦਾ ਹੈ
परमात्मा का जिहड़ा सेवक है वो परमात्मा नूं अपने नाल ही समझदा है, वो अपने नाल ही समझदा, उन्हें पता लग जाता है परमात्मा मैनू सुनता है। फिर याद रखना ताई करके जिहड़ा परमात्मा दे सेवक हो जाता है, माड़ी गल शब्द कढ़न तो पहला 100 बारी सोचता है, क्यों? मैनू परमात्मा सुन रहा है। माड़ा सोचण तो पहला किसी का 100 बारी दिमाग में सोचता है, मैनू परमात्मा वेख रहा है। ये उहदे सेवक की निशानी है। हरेक किसी को यह गुण नहीं है, और ऐसी गल नहीं है वो नहीं वेखदा, सदा ही वेखदा है। ठीक है, मनुख मुख दे नाल कुछ कहेगा, इनू लोकी वेखदे ने, जो दिमाग दे विच सोचदा है ये परमात्मा वेख लैंदा, होर ते कोई नहीं वेखदा। सारी दुनिया ते इस चीज़ नूं नहीं वेखदी, पर जो मनुख दे दिमाग विच चलदा है ये बाहरी तौर ते कानून की पकड़ विच नहीं आएगा। जो मनुख दे दिमाग विच चलदा है ये उहदे घरदिआं दी पकड़ विच भी नहीं आएगा। पर याद रखना, जो दिमाग विच चलदा है ये गुरु की पकड़ विच जरूर हुंदा है, जो दिल विच चलदा है ये रब की फड़ विच जरूर हुंदा है। ताई करके महाराज कहंदे ने, कहंदे सज्जना याद रखी, दुनिया तेरी शक्लां वेखदी है, रब तेरा दिल वेखदा है। रब तेरी अरदास पूरी करेगा तेरी भावना वेख के, तेरी शक्ल वेख के नहीं, तेरे हथ वेख के नहीं। याद रखी, रब ने तेरे शब्द वेख के तेनू नहीं कुछ देना, तेनू उन्हें जो कुछ देना है तेरी भावना वेख के देना है। और भावना होनी चाहिए है। भावना ये जरूरी नहीं है, बाणी तो कहती भावना दे नाल रब दे अगे तू नमस्कार ही कर जा, वो भी कबूल है भावना नाल। ते अंदर जे भावना नहीं है, भावना कादी? निमरता दी, मैं कुछ भी नहीं हाँ। कहते जे भावना चंगी नहीं है, करोड़ा रुपये उहदे अगे सामने रख दे, उन्होंने तेरे करोड़ा नाल कोई मतलब नहीं है, कि उहदे ते दिते हुए ने सारे। बाणी दे विच महाराज कहते हैं, मनुख दा वेखो सुभाअ कैसा है, उसे परमात्मा की चीज़ है, उहदे तो ही लई है, तो उन्होंने ही उहदी रिश्वत दे दिंदा है। चीज़ भी उहदी है, पहली गल तो शरीर उहदा है, अखां उहदियां ने, हथ उहदे ने। मैं बड़ी बारी ये बेनती करदा साध संगत, हथ बनाए नहीं ने, मिले ने। अखां बनाइयां नहीं, मिलियां ने। कन बनाए नहीं हैं, मिले ने। साडी जैसी शक्ल है, असी नहीं सी चाया ऐसी होनी चाहिए है, परमात्मा की किरपा नाल मिली है। एक मनुख जन्म तो ही जन्मे है, जमदे ही उहदे लत्तां नहीं हैं, कि उन्हें चाया होएगा मेरे लत्तां ना होण। एक मनुख जन्मे है, जन्म तो ही उहदे अखां नहीं हैं, कि उन्हें चाया सी मेरे अखां ना होण, नहीं। ये परमात्मा ने चाया सी इहदे अखां होणगियां कि नहीं होणगियां। उसके कर्म ने, उहदे कर्मां दे मुताबक उन्होंने शरीर मिले है। इस करके सतगुरु जी महाराज कहते हैं, वो परमात्मा ने हर जीओ गुफा अंदर रख के वाजा पवन बजाया। उसकी मर्जी दे नाल, उसकी किरपा दे नाल तेनू ये शरीर मिलया। पर बाणी कहती दे दे मंगे सहसा गुणा शोभ करे संसार। पहली गल तो परमात्मा ने दर ते कुछ दिंदा है, किते भी गुरुद्वारे मंदिर मस्जिद किते उहदे नाम ते दवे किते भी, और दे के पता की सोचता है मेरी शोभा भी होए। पहली गल तो देता है, दे के मंगदा है, मंगदा भी है, देंदा भी है, शोभा भी चाहुंदा। तिन्ने गल्लां किवें होणगियां? जदों तू दे रहा है, तू मंगण वाला है, मंगता है, तो उस तरीके नाल गल करना। बाणी कहती दे दे मंगे सहसा गुणा शोभ करे संसार। लोकां में फिर शोभा भी कराउंदा है। इस करके सतगुरु जी कहते ने, ठाकुर के सेवक की निर्मल रीत। उसकी रीत निर्मल है, उसका बोलना निर्मल है, उसका वेखना निर्मल है, उसका सुनना निर्मल है, उसका बैठना निर्मल है, उसका खाना निर्मल है, सारा कुछ ही निर्मल है। ठाकुर के सेवक की निशानी ये है कि बोलना निर्मल है, बोल माड़े नहीं बोलता। सोचना निर्मल है, माड़ा वो नहीं सोचता। हुण जदों ऐसी गल चलती है ना, मनुख अक्सर ये सोचता हुंदा है कि मैं माड़ा सोचदा। हरेक मनुख ये सोचता है मैं माड़ा सोचता ही नहीं। हरेक मनुख, किसी को पुछ के वेख लवो, हरेक मनुख की यही निशानी है। जदों गल चलेगी ना,
ਮਾੜਾ ਸੋਚਣ ਦੀ, ਮਾੜਾ ਵੇਖਣ ਦੀ। ਹਰੇਕ ਨੂੰ ਕਹੇਗਾ ਅਸੀਂ ਤੇ ਕਦੇ ਮਾੜਾ ਵੇਖਿਆ ਹੀ ਨਹੀਂ, ਅਸੀਂ ਤੇ ਕਦੀ ਮਾੜਾ ਸੋਚਿਆ ਹੀ ਨਹੀਂ। ਬਸ ਯਾਦ ਰੱਖਣਾ, ਜਿਹੜਾ ਐਸਾ ਕਹਿ ਰਿਹਾ ਹਜੇ ਉਹ ਸੋਚਦਾ ਹੈ। ਜਿਹਦੇ ਅੰਦਰੋਂ ਪਾਪ ਜਾ ਰਹੇ ਨੇ ਉਹ ਤੇ ਇਹੀ ਗੱਲ ਕਹਿ ਦਿੰਦਾ, ਨਹੀਂ ਮੇਰੇ ਅੰਦਰ ਤੇ ਬਹੁਤ ਕੁਝ ਮਾੜਾ ਹੈ, ਮੇਰੇ ਅੰਦਰ ਹੈ। ਜਿਹਦੇ ਅੰਦਰ ਹੈ ਉਹ ਇਹ ਕਹਿੰਦਾ ਮੇਰੇ ਅੰਦਰ ਨਹੀਂ ਹੈ। ਜਿਹਦੇ ਅੰਦਰ ਨਹੀਂ ਹੈ, ਗੁਰਬਾਣੀ ਕਹਿੰਦੀ ਉਹ ਕਹਿੰਦਾ ਮੇਰੇ ਅੰਦਰ ਹੈ। ਫਰੀਦਾ ਕਾਲੇ ਮਹਿੰਡੇ ਕੱਪੜੇ, ਕਿੱਡੇ ਵੱਡੇ ਦਰਵੇਸ਼ ਨੇ, ਔਰ ਗੱਲ ਕੀ ਕਹਿ ਰਹੇ ਨੇ? ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਕਿੱਡੇ ਵੱਡੇ ਫਕੀਰ ਕੀ ਕਹਿੰਦੇ ਨੇ? ਮੈਂ ਉਗੜਾ ਨਾਲ ਭਰਿਆ। ਔਰ ਗੁਰੂ ਸਾਹਿਬ ਦੇ ਸਾਹਮਣੇ ਇੱਕ ਦਿਨ ਸਿੱਖ ਇਕੱਠੇ ਹੋ ਕੇ ਆਏ, ਕਹਿੰਦੇ ਮਹਾਰਾਜ ਜਦੋਂ ਨਾਮ ਜਪਦੇ ਆ, ਜਦੋਂ ਬਾਣੀ ਪੜ੍ਹਦੇ ਆ, ਮਨ ਵਿੱਚ ਵਿਚਾਰ ਬੜੇ ਮੈੜੇ ਚੱਲਦੇ ਨੇ। ਸ਼ਾਇਦ ਜਿਹੜੇ ਜਿਗਿਆਸੂ ਨੇ ਉਹਨਾਂ ਦੀ ਫੜ ਵਿੱਚ ਇਹ ਚੀਜ਼ ਆਈ ਹੋਏਗੀ, ਜਿਹੜੇ ਕਦੀ ਨਾਮ ਜਪਦੇ ਨੇ ਜਾਂ ਬਾਣੀ ਪੜ੍ਹਦੇ ਨੇ ਉਹਨਾਂ ਦੀ ਸਮਝ ਵਿੱਚ ਗੱਲ ਆ ਜਾਏਗੀ। ਉਹ ਕਹਿੰਦੇ ਨੇ ਵਿਚਾਰ ਬੜੇ ਮਾੜੇ ਚੱਲਦੇ ਨੇ, ਉਹ ਹਰੇਕ ਦੇ ਅੰਦਰ ਹੀ ਚੱਲਦੇ ਨੇ। ਇਹ ਵੀ ਮੈਂ ਬੇਨਤੀ ਕਰਦਾ, ਐਸਾ ਦੁਨੀਆ ਤੇ ਮਨੁੱਖ ਹੀ ਕੋਈ ਨਹੀਂ ਹੈ ਜਿਹਦੇ ਅੰਦਰ ਮਾੜੇ ਵਿਚਾਰ ਨਹੀਂ ਚੱਲਦੇ, ਹਰੇਕ ਦੇ ਅੰਦਰ ਚੱਲਦੇ ਨੇ। ਕਿਉਂ? ਕਿਉਂਕਿ ਇਹ ਜਿਹੜਾ ਮਨ ਹੈ ਇਹ ਬਣਿਆ ਹੀ ਮਾੜੇ ਵਿਚਾਰਾਂ ਦਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਗੁਰਬਾਣੀ ਦਾ ਫਰਮਾਨ। ਔਰ ਬਾਣੀ ਇਹ ਕਹਿੰਦੀ ਹੈ ਜਿਹੜਾ ਹਜੇ ਕਹਿ ਰਿਹਾ ਮੇਰੇ ਅੰਦਰ ਨਹੀਂ ਚੱਲਦੇ, ਉਹਦੇ ਅੰਦਰ ਹੀ ਚੱਲਦੇ ਨੇ। ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ। ਔਰ ਦੂਜੀ ਗੱਲ ਇਹ ਵੀ ਕਹਿੰਦੇ ਨੇ, ਜਿਹੜਾ ਇਹ ਕਹਿੰਦਾ ਹੈ ਮੇਰੇ ਅੰਦਰ ਹੈਗੇ ਨੇ, ਕਹਿੰਦੇ ਨਹੀਂ ਉਹਦੇ ਅੰਦਰ ਨਹੀਂ ਹੈਗੇ। ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ। ਦੋਵੇਂ ਚੀਜ਼ਾਂ ਨੇ ਜ਼ਿਕਰ ਮਹਾਰਾਜ ਕਿਤੇ। ਕਿਤੇ ਉਹ ਨੇ ਜਿਹੜੇ ਅੰਦਰ ਸਾਡੇ ਅੰਦਰ ਨਹੀਂ ਹੈਗੇ, ਬਾਣੀ ਕਹਿੰਦੀ ਉਹਦੇ ਹੀ ਅੰਦਰ ਹੈਗੇ ਨੇ ਮਾੜੇ ਵਿਚਾਰ। ਸੋਚਦਾ ਉਹੀ ਮਾੜਾ, ਉਹੀ ਮਾੜਾ ਬੋਲਦਾ। ਦੂਜਾ ਉਹ ਹੈ ਜਿਹੜਾ ਕਹਿੰਦਾ ਮੇਰੇ ਅੰਦਰ ਹੈਗੇ ਨੇ। ਹੁਣ ਜਿਹੜਾ ਕਹਿੰਦਾ ਮੇਰੇ ਅੰਦਰ ਹੈਗੇ ਨੇ, ਉਹਦੇ ਅੰਦਰ ਨਹੀਂ ਹਨ। ਉਹਦੇ ਅੰਦਰ ਹੈਗੇ ਵੀ ਨੇ, ਉਹਨੂੰ ਪਤਾ ਲੱਗਦਾ ਹੈ। ਮਹਾਰਾਜ ਦੇ ਸਾਹਮਣੇ ਆਏ, ਕਹਿੰਦੇ ਮਹਾਰਾਜ ਮਾੜੇ ਵਿਚਾਰ ਅੰਦਰ ਚੱਲਦੇ ਨੇ। ਗੁਰੂ ਸਾਹਿਬ ਕਹਿੰਦੇ ਤੂੰ ਕਰਮਾਂ ਵਾਲਾ ਹੈ। ਕਹਿੰਦੇ ਕਿਉਂ? ਕਹਿੰਦੇ ਤੈਨੂੰ ਇਹ ਤੇ ਪਤਾ ਲੱਗ ਗਿਆ ਮੇਰੇ ਅੰਦਰ ਮਾੜੇ ਵਿਚਾਰ ਚੱਲਦੇ ਨੇ, ਹੁਣ ਇਹਦਾ ਇਲਾਜ ਤੇ ਹੋ ਜਾਏਗਾ। ਕਹਿੰਦੇ ਜਿਸ ਨੂੰ ਪਤਾ ਹੀ ਨਹੀਂ ਹੈ ਮੇਰੇ ਅੰਦਰ ਮਾੜੇ ਚੱਲਦੇ ਨੇ, ਉਹਦਾ ਇਲਾਜ ਕਿਵੇਂ ਹੋਏਗਾ? ਤੂੰ ਤੇ ਘੱਟੋ ਘੱਟ ਠੀਕ ਹੋ ਜਾਏਗਾ। ਜਿਵੇਂ ਕੈਂਸਰ ਜਦੋਂ ਹੁੰਦਾ ਨਾ, ਕਹਿੰਦੇ ਸ਼ੁਰੂ 'ਚ ਹੀ ਫੜ ਵਿੱਚ ਆ ਜਾਏ ਤੇ ਠੀਕ ਹੋ ਜਾਂਦਾ। ਕਹਿੰਦੇ ਯਾਦ ਰੱਖੀ ਇਹ ਮਾੜੇ ਵਿਚਾਰ ਕੈਂਸਰ ਜਿਵੇਂ ਮਨ ਨੂੰ ਖਾ ਜਾਂਦੇ ਨੇ। ਜੇ ਹੁਣੀ ਜਵਾਨੀ ਵਿੱਚ ਪਕੜ ਵਿੱਚ ਆ ਗਏ ਠੀਕ ਹੈ, ਨਹੀਂ ਬੁਢੇਪਾ ਜਿਵੇਂ ਜਿਵੇਂ ਵੱਧਦਾ ਜਾਣਾ ਹੈ ਮਾੜੇ ਵਿਚਾਰ ਵੱਧਦੇ ਹੀ ਜਾਣੇ ਨੇ। ਇਹ ਮਤ ਜਾਣਨਾ ਸਰੀਰ ਬੁੱਢਾ ਹੋ ਜਾਏਗਾ ਤੇ ਵਿਚਾਰ ਖਤਮ ਹੋ ਜਾਣਗੇ, ਐਸਾ ਨਹੀਂ ਹੈ। ਜਿਉਂ-ਜਿਉਂ ਗੁਰਬਾਣੀ ਕਹਿੰਦੀ ਹੈ ਸਰੀਰ ਬਜ਼ੁਰਗ ਹੋਈ ਜਾਣਾ ਹੈ, ਵਿਚਾਰ ਪੱਕਦੇ ਜਾਣੇ ਨੇ। ਬਸ ਉਦੋਂ ਸਰੀਰ ਨੇ ਸਾਥ ਨਹੀਂ ਦੇਣਾ, ਬਸ ਗੱਲ ਇੰਨੀ ਹੈ। ਕ੍ਰੋਧ ਵੀ ਬੜਾ ਆਉਂਦਾ ਹੈ, ਹੁਣ ਕੀ ਕਰੇ? ਡੰਡਾ ਤੇ ਚੁੱਕਣਾ ਚਾਹੁੰਦਾ, ਹੁਣ ਹੱਥ ਨਹੀਂ ਕੰਮ ਕਰਦੇ, ਹੱਥ ਕੰਬਦੇ ਨੇ। ਬਿਰਧ ਭਇਓ ਸੂਝੈ ਨਹੀਂ ਕੱਲ ਪਹੁੰਚਿਓ। ਬਾਣੀ ਕਹਿੰਦੀ ਬੁੱਢਾ ਹੋ ਗਿਆ, ਸਰੀਰ ਤੇ ਕੰਮ ਨਹੀਂ ਕਰਦਾ, ਪਰ ਇਹ ਮਤ ਜਾਣਨਾ ਵਿਚਾਰ ਮਾੜੇ ਖਤਮ ਹੋ ਗਏ, ਐਸਾ ਨਹੀਂ ਹੈ। ਇੱਕ ਬੱਚੇ ਦਾ ਮਨ ਇੱਕ ਜਵਾਨ ਦੇ ਨਾਲੋਂ ਨਿਰਮਲ ਹੁੰਦਾ ਹੈ। ਇੱਕ ਬੱਚੇ ਦਾ, ਇੱਕ ਜਵਾਨ ਦਾ ਮਨ ਇੱਕ ਅਧਖੜ ਉਮਰ ਵਾਲੇ ਨਾਲੋਂ ਨਿਰਮਲ ਹੁੰਦਾ ਹੈ। ਹੁਣ ਇੱਕ ਅਧਖੜ ਉਮਰ ਵਾਲੇ ਦਾ ਮਨ ਇੱਕ ਬਜ਼ੁਰਗ ਨਾਲੋਂ ਨਿਰਮਲ ਹੁੰਦਾ ਹੈ, ਕਿਉਂ? ਉਹਨੇ ਦੁਨੀਆ ਨਹੀਂ ਵੇਖੀ। ਹੁਣ ਬੱਚੇ ਨੂੰ ਕੀ ਪਤਾ ਦੁਨੀਆ ਦਾ, ਅਜੇ ਤਾਂ ਹੀ ਤੇ ਨਿਰਮਲ ਹੈ। ਹੁਣ ਇੱਕ ਬਜ਼ੁਰਗ ਨੇ ਤੇ ਸਾਰੀ ਉਮਰ ਵੇਖਿਆ ਕਿਸੇ ਤੋਂ ਖੋਣਾ ਕਿਵੇਂ ਬਣਾਉਣਾ, ਸਾਰੇ ਚਲਾਕੀਆਂ ਉਹਨੂੰ ਆਉਂਦੀਆਂ ਨੇ, ਸਾਰਾ ਕੁਝ ਹੀ ਉਹਨੂੰ ਪਤਾ ਹੈ। ਜਵਾਨ ਦੇ ਵਿੱਚ ਜੋਸ਼ ਤੇ ਹੁੰਦਾ ਹੈ, ਹੋਸ਼ ਕੋਈ ਨਹੀਂ। ਉਹਦੇ ਅੰਦਰ ਸਾਰੀ ਉਮਰ ਦਾ ਐਕਸਪੀਰੀਅੰਸ ਇਕੱਠੇ ਨੇ। ਇਸ ਕਰਕੇ ਬਾਣੀ ਕਹਿੰਦੀ ਹੈ ਜਿਵੇਂ ਜਿਵੇਂ ਬੁਢੇਪਾ ਵਧੇਗਾ ਮਾਇਆ ਦੇ ਨਾਲ ਪ੍ਰੀਤ ਵੱਧਦੀ ਜਾਏਗੀ, ਕਾਮ ਵੱਧਦਾ ਜਾਏਗਾ, ਕ੍ਰੋਧ ਵੱਧਦਾ ਜਾਏਗਾ, ਹੰਕਾਰ ਵੱਧਦਾ ਜਾਏਗਾ। ਵਰਧੰਤ ਜਰਵਾ ਹਿਤਯੰਤ ਮਾਇਆ। ਵਰਧੰਤ ਕਹਿੰਦੇ ਵੱਧਦਾ ਹੈ, ਜਰੂਆ ਕਹਿੰਦੇ ਬੁਢੇਪਾ। ਜਿਵੇਂ ਜਿਵੇਂ ਸਰੀਰ ਤੇ ਬੁਢੇਪਾ ਵਧੇਗਾ ਮਾਇਆ ਦੀ ਪਕੜ ਵਧੇਗੀ, ਘਟੇਗੀ ਨਹੀਂ। ਕਿਉਂਕਿ ਸਾਧ ਸੰਗਤ ਇੱਕ ਕਮਰਾ ਬੰਦ ਕਰ ਦਈਏ, ਸਰੀਰ ਦੀ ਰੋਜ਼ ਸੇਵਾ ਹੋ ਰਹੀ ਹੈ, ਜੇ ਕਮਰਾ ਬੰਦ ਕਰ ਦਈਏ 2 ਦਿਨ ਬਾਅਦ ਵੀ ਖੋਲਾਂਗੇ ਨਾ, ਉਹਦੇ ਅੰਦਰ ਮਿੱਟੀ ਜੰਮੀ ਹੁੰਦੀ ਹੈ। ਜਿਸ ਮਨੁੱਖ ਨੇ ਜਵਾਨੀ ਤੋਂ ਲੈ ਕੇ
45 ਸਾਲਾਂ ਦੇ ਵਿੱਚ ਕਦੇ ਰੱਬ ਦਾ ਨਾਂ ਹੀ ਨਹੀਂ ਜਪਿਆ, ਉਹਦੇ ਅੰਦਰ ਕੈਸੀ ਮਿੱਟੀ ਜੰਮੀ ਹੋਏਗੀ, ਤੁਸੀਂ ਆਪ ਹਿਸਾਬ ਲਗਾ ਸਕਦੇ ਹੋ। ਉਹਦੇ ਮਨ ਦੇ ਅੰਦਰ ਕਿੰਨੇ ਵਕਾਰ ਜਮਾ ਹੋਏ ਹੋਣਗੇ, ਇਹ ਤੇ ਉਹੀ ਹਿਸਾਬ ਬਾਣੀ ਕਹਿੰਦੀ ਹੈ। ਬਾਣੀ ਭਰੀ ਹੈ ਮਤ ਪਾਪਾਂ ਕੈ ਸੰਗ, ਪਾਪਾਂ ਦੇ ਨਾਲ ਮਨ ਭਰਿਆ ਹੋਇਆ ਹੈ। ਉਹ ਧੁੱਪ ਹੈ ਨਾਵੇਂ ਕੈ ਰੰਗ, ਉਹ ਧੁੱਪ ਦਾ ਨਾਮ ਦੇ ਰੰਗ ਦੇ ਨਾਲ ਹੈ। ਜਿਹਨੇ ਨਾਮ ਜਪਿਆ ਹੀ ਨਹੀਂ ਹੈ, ਕਦੇ ਸੰਗਤ ਕੀਤੀ ਨਹੀਂ ਹੈ, ਕਿ ਅਸੀਂ ਹਿਸਾਬ ਲਗਾ ਸਕਦੇ ਹਾਂ ਉਹਦਾ ਮਨ ਨਿਰਮਲ ਹੋਏਗਾ? ਨਹੀਂ, ਬਿਲਕੁਲ ਨਿਰਮਲ ਨਹੀਂ ਹੈ। ऐसा मत जानना। और ये भी मत जानना विचार मेरे कल्ले दे विच ही माड़े ने, सारी दुनिया में ही माड़े चलते हैं। सारी दुनिया में जो अजे संगत में नहीं आ रहा, नाम नहीं जप रहा, सब कुछ ही है वो अंदर, वो वखरी गल है, पकड़ में नहीं आ रहा। इन्नी सूक्ष्म वो बुद्धि नहीं है, हजे वो इन्ना सूक्ष्म नहीं होया अपने अंदर दे छोटे तो छोटे अवगुणों को पछाण सके। जिन्नी जिन्नी बंदगी दे नाल चेतना गहरी हुंदी जाएगी, जिन्नी जिन्नी, क्योंकि बंदगी तो बिना चेतना गहरी नहीं हुंदी। जिमें जिमें चेतना गहरी हो जाएगी, मनुख सुपने में भी चल रहे विकारां नूं फड़ लैंदा है, सुपने में भी। फिर उहदियां सुपनियां में भी विकार नहीं चलणगे, रब दा नाम चलेगा, सुपने में भी पकड़ लैंदा है। सवेरे उठ के सोचदा है इस सुपने में मैं इन्ना माड़ा कर लिया, ये मेरे किहड़े कर्म का नतीजा है। सुपनियां में भी माड़ा। हुण महाराज कहंदे ने ठाकुर को सेवक जाने संग, वो नाल समझदा है। हुण जिहड़ा नाल समझेगा, मान लो मनुख अरदास कर रहे हैं, हे परमात्मा तू मेरी अरदास सुन। गुरु के सामने परमात्मा सामने अरदास की, परमात्मा के सामने नहीं बैठा, बोलिया भी कुछ नहीं है। हुण बाणी यह कहती है तू बोलिया भी कुछ नहीं, जिवें असीं इत्थे खलोने आ, कुछ नहीं बोलते, चुप करके हाथ जोड़ के खड़े हैं, अंदरों अरदास करी जाने। सानू ये है वो सुन रहा है। जे वो अरदास सुन सकता है, मन की गल सुन सकता है, फिर मन के पाप भी उन्हें पता लगते हैं। जे वो मन की अरदास की भावना जानता है, फिर याद रखी मना तेरे अंदर दियां पापां नूं भी रब जानता है। महाराज साहब जी कहते हैं प्रभ का सेवक नाम कै रंग, वो परमात्मा नूं नाल समझदा है, हमेशा बंदगी विच लगा रहिंदा है। फिर बाणी कहती है जे ये गुण मनुख विच हैगे ने ना, फिर परमात्मा नूं की दिंदा है। बाणी कहती सेवक को प्रभ पालन हारा, सेवक की रख है निरंकारा। फिर जेड़ा ओदा सेवक है, बाणी कहती ओदी फिर पत वो आप रखदा है। जेडे उत्ते 5 गुण कहे गए ने, जे ये 5 गुण किसी दे विच हैगे ने, फिर उन्होंने ओदे विच चिंता नहीं है, उन्होंने पता है परमात्मा मेरी पैज आप रखेगा। वो फिर अपनी जिंदगी में परेशान नहीं हुंदा। सो सेवक जिस दया प्रभ धार है, नानक सो सेवक सा सा समारे। जिस ते परमात्मा दया कर दिंदा है, वही परमात्मा नूं बार बार याद करता है, बार बार उहदी कृपा दृष्टि हो जाती है। इस करके असीं संगत में बैठे हाँ, ये उहदी कृपा दृष्टि दी नतीजा है। जिन्ने जी संगत में आउंदे ने, ये उहदी कृपा दृष्टि